क्योंकि मैं किसान होने के नाते इस काले दिन के इतिहास का साक्षी बतौर चुने हुए नुमाइंदे नहीं रहा। तो इस्तीफे का फायदा की होएगा दे के? मैं अपना इस काले दिन के विच अपना नाम नहीं लिखाना चाहता सी। इस्तीफा देण पहला कोई डिस्कस होया कैप्टन साहब नाल किसी होर नाल तुहाडा? नहीं, ਖੇਤੀ ਬਿੱਲ ਲੋਕ ਸਭਾ 'ਚ ਪਾਸ ਹੋਇਆ, ਉਸ ਤੋਂ ਬਾਅਦ ਪੰਜਾਬ ਦੀ ਰਾਜਨੀਤੀ ਦੇ ਵਿੱਚ ਵੱਡਾ ਪੁਚਾਲ ਆ ਗਿਆ। ਪਹਿਲਾ ਹਰਸਿਮਰਤ ਕੌਰ ਬਾਦਲ ਨੇ ਅਸਤੀਫਾ ਦਿੱਤਾ, ਦੂਜਾ ਕੁਲਜੀਤ ਨਾਗਰਾ ਜਿਹੜੇ ਕਿ ਐਮਐਲਏ ਨੇ ਫਤਿਹਗੜ੍ਹ ਸਾਹਿਬ ਤੋਂ, ਉਹਨਾਂ ਨੇ ਵੀ ਅਸਤੀਫਾ ਦੇ ਦਿੱਤਾ। ਕਿਆ ਕਾਰਨ ਰਹੇ ਨੇ, ਕਿਆ ਕੁਛ ਸੀਗਾ, ਕਿਆ ਇਹਦੇ ਪਿੱਛੇ ਮਨਸ਼ਾ? ਨਾਗਰਾ ਜੀ ਮੇਰੇ ਨਾਲ ਨੇ। ਨਾਗਰਾ ਜੀ, ਤੁਸੀਂ ਅਸਤੀਫਾ ਦੇ ਦਿੱਤਾ, ਜਰਾ ਡਿਟੇਲ ਸਮਝਾਏ ਕੀ ਤੁਹਾਨੂੰ ਕੀ ਵਜ੍ਹਾ ਰਹਿ ਗਈ, ਕਿਉਂਕਿ ਸਰਕਾਰ ਤਾਂ ਤੁਹਾਡੀ ਪਹਿਲਾਂ ਹੀ ਖਿਲਾਫ ਹੈ ਇਹਦੇ ਤੇ। देखो पंजाब के इतिहास ਦੇ ਵਿੱਚ ਕੱਲ ਦਾ ਦਿਨ ਜਿਹੜਾ ਹੈਗਾ ਆ ਉਹ ਕਾਲੇ ਅੱਖਰਾਂ ਦੇ ਨਾਲ ਲਿਖਿਆ ਜਾਊਗਾ। ਔਰ ਮੈਂ ਮਹਿਸੂਸ ਕਰਦਾ ਹਾਂ ਕਿ ਅੱਜ ਤੱਕ ਦਾ ਸਭ ਤੋਂ ਵੱਡਾ ਹਮਲਾ ਜਿਹੜਾ ਆ ਕੇਂਦਰ ਦੀ ਭਾਜਪਾ ਤੇ ਅਕਾਲੀ ਸਰਕਾਰ ਵੱਲੋਂ ਪੰਜਾਬ ਦੇ ਉੱਤੇ ਜਿਹੜਾ ਕੀਤਾ ਗਿਆ ਉਹ ਇਹ ਬਿੱਲ ਪਾਸ ਕਰਵਾ ਕੇ ਕੀਤਾ ਗਿਆ, ਜਿਹਦੇ ਨਾਲ ਪੰਜਾਬ ਦਾ ਕਿਸਾਨ ਨੂੰ ਇੱਕ ਮਿੱਠੇ ਜ਼ਹਿਰ ਦੇ ਉੱਤੇ ਸਲੋ ਪੋਇਜ਼ਨ ਤੇ ਰੱਖ ਦਿੱਤਾ ਆ, ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਉਹਨੂੰ ਖਾ ਜਾਊਗਾ, ਉਹਨੂੰ ਖਤਮ ਕਰ ਦੂਗਾ। ਔਰ ਇਹ ਕਿਉਂਕਿ ਮੈਂ ਇੱਕ ਛੋਟੇ ਜਿਹੇ ਕਿਸਾਨ ਦਾ ਬੇਟਾ ਆ, ਮੈਂ ਕਿਸਾਨ ਦੇ ਦਰਦ ਨੂੰ ਸਮਝਦਾ ਆ। ਅਸੀਂ ਲਗਾਤਾਰ ਇਹਦਾ ਵਿਰੋਧ ਕਰ ਰਹੇ ਸੀਗੇ ਜਿਸ ਦਿਨ ਦਾ ਇਹ ਆਰਡੀਨੈਂਸ ਆਇਆ ਸੀ, ਜੂਨ ਮਹੀਨੇ ਤੋਂ ਲੈ ਕੇ। ਔਰ ਤਕਰੀਬਨ ਆਪਣੇ ਹਲਕੇ ਤੋਂ ਲੈ ਕੇ ਸੜਕ ਤੋਂ ਲੈ ਕੇ ਵਿਧਾਨ ਸਭਾ ਤੱਕ, ਗਵਰਨਰ ਹਾਊਸ ਤੱਕ ਲਗਾਤਾਰ ਪ੍ਰੋਟੈਸਟ ਕਰ ਰਹੇ ਸੀਗੇ ਕਿ ਇਹ ਨਾ ਕੀਤਾ ਜਾਵੇ। ਇਹ ਬੜਾ ਵੱਡਾ ਇੱਕ ਪੰਜਾਬ ਦੇ ਲਈ ਘਾਤਕ ਹੋਊਗਾ, ਕਿਉਂਕਿ ਪੰਜਾਬ ਜਿਹੜਾ ਹੈਗਾ ਆ ਪਹਿਲਾਂ ਹੀ ਬਹੁਤ ਵੱਡਾ ਸੰਤਾਪ ਭੁਗਤ ਚੁੱਕਿਆ ਆ ਪਿਛਲੇ ਸਮੇਂ ਦੇ ਦੌਰਾਨ। ਔਰ ਇਹਦੇ ਨਾਲ ਪੰਜਾਬ ਦੇ ਲੋਕਾਂ ਦੇ ਵਿੱਚ ਕੇਂਦਰ ਦੀ ਸਰਕਾਰ ਦੇ ਖਿਲਾਫ ਬੜਾ ਵੱਡਾ ਰੋਹ ਉਪਜਿਆ ਹੋਇਆ ਆ। ਔਰ ਅਸੀਂ ਜ਼ਮੀਨ ਤਿਆਰ ਕਰਕੇ ਦੇ ਦਾਂਗੇ ਉਹਨਾਂ ਤਾਕਤਾਂ ਨੂੰ ਜਿਹੜੀਆਂ ਤਾਕਤਾਂ ਬਾਹਰੋਂ ਸਾਡੇ ਇਸ ਸੂਬੇ ਨੂੰ ਦਾ ਅਮਨੋ ਅਮਾਨ ਵਿਗਾੜਨਾ ਚਾਹੁੰਦੇ ਨੇ, ਪਰ ਕਿਸੇ ਨੇ ਇਹਦੇ 'ਤੇ ਗੌਰ ਨਹੀਂ ਕੀਤੀ। ਔਰ ਮੈਂ ਦੇਖ ਰਿਹਾ ਹਾਂ ਕਿ ਅੱਜ ਜੋ ਹਾਲਾਤ ਪੰਜਾਬ ਦੇ ਬਣੇ ਹੋਏ ਨੇ, ਲੋਕ ਸੜਕਾਂ 'ਤੇ ਬੈਠੇ ਨੇ ਔਰ ਲੋਕਾਂ ਨੂੰ ਲੱਗ ਰਿਹਾ ਹੈ ਕਿ ਉਹਨਾਂ ਦੇ ਬੱਚਿਆਂ ਦਾ ਅਤੇ ਉਹਨਾਂ ਪੂਰੇ ਪੰਜਾਬ ਦਾ ਭਵਿੱਖ ਜਿਹੜਾ ਹੈਗਾ ਆ ਉਹ ਬਿਲਕੁਲ ਖਤਮ ਕਰ ਦਿੱਤਾ ਗਿਆ ਕੱਲ੍ਹ ਦੇ ਬਿੱਲ ਦੇ ਪਾਸ ਹੋਣ ਤੋਂ ਬਾਅਦ। ਔਰ ਮੈਨੂੰ ਇਹਦੇ 'ਤੇ ਬਹੁਤ ਵੱਡਾ ਰੋਸ ਜਾਤੀ ਤੌਰ 'ਤੇ ਸੀ, ਕਿਉਂਕਿ ਮੈਂ ਕਿਸਾਨ ਹੋਣ ਦੇ ਨਾਤੇ ਇਸ ਕਾਲੇ ਦਿਨ ਦੇ ਇਤਿਹਾਸ ਦਾ ਸਾਕਸ਼ੀ ਬਤੌਰ ਚੁਣੇ ਹੋਏ ਨੁਮਾਇੰਦੇ ਨਹੀਂ ਰਹਿ ਸਕਦਾ ਸੀਗਾ। ਪਰ ਜਿਸ ਤਰ੍ਹਾਂ ਅਸਤੀਫਾ ਦਿੱਤਾ ਗਿਆ ਤੁਹਾਡੇ ਵੱਲੋਂ, ਕੈਪਟਨ ਸਾਹਿਬ ਤਾਂ ਪਹਿਲਾਂ ਹੀ ਕਹਿ ਰਹੇ ਨੇ ਕਿ ਅਸੀਂ ਤਾਂ ਬਿਲਕੁਲ ਵਿਰੋਧ ਦੇ ਵਿੱਚ ਇਹਦੇ 'ਚ ਖੜੇ ਨੇ, ਤਾਂ ਅਸਤੀਫੇ ਦਾ ਫਾਇਦਾ ਕੀ ਹੋਏਗਾ ਦੇ ਕੇ? ਕਿਉਂਕਿ ਕੋਈ ਪ੍ਰੈਸ਼ਰ ਤਾਂ ਪਏਗਾ ਨਹੀਂ ਸਰਕਾਰਾਂ 'ਤੇ, ਫਿਰ ਕੀ ਫਾਇਦਾ? ਦੇਖੋ ਗੱਲ ਇਹ ਹੈ ਕਿ ਜਦੋਂ ਵੀ ਲੋਕ ਇਤਿਹਾਸ ਦੇ ਵਿੱਚ ਸੰਘਰਸ਼ਾਂ 'ਤੇ ਜਾਂਦੇ ਨੇ, ਪ੍ਰੈਸ਼ਰ ਪਾਉਣਾ ਜਾਂ ਰੋਸ ਪ੍ਰਗਟ ਕਰਾਉਣਾ ਦੋ ਅਲੱਗ-ਅਲੱਗ ਚੀਜ਼ਾਂ ਨੇ। ਰੋਸ ਤੁਸੀਂ ਕਿਵੇਂ ਪ੍ਰਗਟ ਕਰ ਸਕਦੇ ਹੋ ਆਪਣਾ, ਔਰ ਕਿਵੇਂ ਤੁਸੀਂ ਲੋਕਾਂ ਦੇ ਨਾਲ ਉਹਨਾਂ ਦੇ ਮਨੋਬਲ ਨੂੰ ਖੜਾ ਕਰ ਸਕਦੇ ਹੋ। ਅੱਜ ਆਪਣੇ ਕਿਸਾਨਾਂ ਦੇ ਮਨੋਬਲ ਨੂੰ ਖੜਾ ਕਰਨ ਦੀ ਲੋੜ ਹੈ। ਅੱਜ ਉਹਨਾਂ ਦੇ ਨਾਲ ਖੜੇ ਹੋਣ ਦੀ ਜ਼ਰੂਰਤ ਸੀਗੀ। ਮੇਰਾ ਜਾਤੀ ਰੋਸ ਸੀਗਾ। ਮੈਨੂੰ ਲੱਗਦਾ ਸੀਗਾ ਕਿ ਇਤਿਹਾਸ ਦੇ ਵਿੱਚ ਜਦੋਂ ਵੀ ਇਹ ਗੱਲ ਕਹੀ ਜਾਊਗੀ ਉਦੋਂ ਇਹ ਵੀ ਕਿਹਾ ਜਾਊਗਾ ਕਿ ਕਿਹੜੇ ਉਦੋਂ ਚੁਣੇ ਹੋਏ ਨੁਮਾਇੰਦੇ ਸੀਗੇ। ਮੈਂ ਉਹਨਾਂ ਦੇ ਵਿੱਚ ਇੱਕ ਹਾਂ। ਮੈਂ ਆਪਣਾ ਇਸ ਕਾਲੇ ਦਿਨ ਦੇ ਵਿੱਚ ਆਪਣਾ ਨਾਂ ਨਹੀਂ ਲਿਖਾਉਣਾ ਚਾਹੁੰਦਾ ਸੀਗਾ। ਚਲੋ ਇਹ ਤਾਂ ਤੁਸੀਂ ਕਿਹਾ ਕਿ ਮੈਂ ਮੇਰੀ ਅਜੇ ਜ਼ਿੰਮੇਵਾਰੀ ਦਿੱਤੀ, ਮੈਂ ਇਹਦਾ ਸਾਕਸ਼ੀ ਨਹੀਂ ਬਣਨਾ ਚਾਹੁੰਦਾ ਸੀ, ਪਰ ਜਿਹੜੀ ਜਨਤਾ ਨੇ ਜ਼ਿੰਮੇਵਾਰੀ ਦਿੱਤੀ, ਤੁਹਾਨੂੰ ਐਮਐਲਏ ਬਣਾਇਆ, ਫਿਰ ਉਹ ਤਾਂ ਖਾਲੀ ਹੋ ਗਿਆ, ਤੁਸੀਂ ਫਿਰ ਅੱਗੇ ਮੈਦਾਨ ਤੋਂ ਕੋਈ ਗੱਲ ਨਹੀਂ। ਜਨਤਾ ਦੀ ਜ਼ਿੰਮੇਵਾਰੀ ਤਾਂ ਮੈਂ ਪਹਿਲਾਂ ਵੀ ਨਿਭਾਉਂਦਾ ਸੀ, ਹੁਣ ਵੀ ਨਿਭਾਊਂਗਾ ਬਤੌਰ ਐਮਐਲਏ। ਫਿਰ ਨਹੀਂ, ਕੋਈ ਗੱਲ ਨਹੀਂ, ਫਿਰ ਕਿਹੜੀ ਗੱਲ ਹੈ। ਇਹਦੇ 'ਚ ਤਾਂ ਨੁਮਾਇੰਦੇ ਬੜੇ ਆਉਂਦੇ ਜਾਂਦੇ ਰਹਿੰਦੇ। ਨੁਮਾਇੰਦਗੀਆਂ ਦੇ ਨਾਲ ਜ਼ਿੰਮੇਵਾਰੀਆਂ ਥੋੜ੍ਹਾ ਮੁੱਕ ਜਾਂਦੀਆਂ ਨੇ। ਮੈਂ ਆਪਣੀ ਪਾਰਟੀ ਦੀਆਂ, ਆਪਣੇ ਲੋਕਾਂ ਦੀਆਂ ਜ਼ਿੰਮੇਵਾਰੀਆਂ ਜਦੋਂ ਨਹੀਂ ਐਮਐਲਏ ਸੀਗਾ ਉਦੋਂ ਕਿਹੜਾ ਨਿਭਾਉਂਦਾ ਨਹੀਂ ਸੀ। ਤੁਸੀਂ ਦੇਖਦੇ ਰਹੇ, ਉਦੋਂ ਤਾਂ ਜ਼ਿਆਦੀਆਂ ਨਿਭਦੀਆਂ ਸੀਗੀਆਂ ਸਗੋਂ। ਔਰ ਇਹਦੇ ਵਾਸਤੇ ਵੀ ਜਿਹੜੀ ਜ਼ਿੰਮੇਵਾਰੀ ਵਿਧਾਨ ਸਭਾ 'ਚ ਨਿਭਾਉਣ ਦੀ ਲੋੜ ਸੀ, ਜਦੋਂ ਵਿਧਾਨ ਸਭਾ ਦੇ ਵਿੱਚ ਅਸੀਂ ਇਸ ਆਰਡੀਨੈਂਸ ਨੂੰ ਰਿਜੈਕਟ ਕੀਤਾ ਆ, ਤੁਸੀਂ ਦੇਖਿਆ ਜੀ, ਉਦੋਂ ਡਟ ਕੇ ਇਸ ਆਰਡੀਨੈਂਸ ਦੇ ਖਿਲਾਫ ਬੋਲੇ ਆ। ਔਰ ਉਦੋਂ ਵੀ ਕਿਹਾ ਸੀਗਾ ਇਸ ਕਾਲੇ ਅਧਿਆਏ ਦਾ ਸਾਕਸ਼ੀ ਨਹੀਂ ਬਣਾਂਗਾ। ਅਸਤੀਫਾ ਦੇਣ ਤੋਂ ਪਹਿਲਾਂ ਕੋਈ ਡਿਸਕਸ ਹੋਇਆ ਕੈਪਟਨ ਸਾਹਿਬ ਨਾਲ ਕਿਸੇ ਹੋਰ ਨਾਲ ਤੁਹਾਡਾ? ਨਹੀਂ, ਇਹ ਮੇਰਾ ਜਾਤੀ ਤੇ ਮੇਰੇ ਪਰਿਵਾਰ ਦਾ ਫੈਸਲਾ। ਉਸ ਤੋਂ ਬਾਅਦ ਕੋਈ ਕਾਲ ਆਇਆ ਪਾਰਟੀ ਵੱਲੋਂ ਤੁਹਾਨੂੰ? ਨਹੀਂ, ਕਾਲ ਤਾਂ ਸਾਰਿਆਂ ਨਾਲ ਹੀ ਗੱਲਬਾਤ ਹੋ ਰਹੀ ਹੈ। ਸੋ ਇਸ ਕਰਕੇ ਕਰ ਰਹੇ ਨੇ ਕਿ ਕਹਿ ਰਹੇ ਨੇ ਵਾਪਸ ਆ ਜਾਓ। ਦੇਖੋ ਇਹਦੇ ਵਿੱਚ ਕਿਸੇ ਦੀ ਮੈਂ ਕਹਾਂ ਕੋਈ ਸ਼ਲਾਘਾ ਜਾਂ ਕਿਸੇ ਹੋਰ ਗੱਲ ਵਾਸਤੇ ਤਾਂ ਇਹ ਨਹੀਂਗਾ। ਇਹ ਮਤਲਬ ਜਿਹੜਾ ਹੈਗਾ ਇੱਕ ਸੈਂਟੀਮੈਂਟ ਆ। ਅੱਜ ਪੰਜਾਬ ਦੇ ਕਿਸਾਨ ਨੂੰ
ਦੇ ਨਾਲ ਖੜੇ ਹੋਣ ਦੀ ਲੋੜ ਹੈ। ਔਰ ਅਸੀਂ ਕਿਸਾਨੀ ਨੇ ਦਿੱਤਾ ਸਾਰਾ ਕੁਝ ਸਾਨੂੰ। ਇੱਕ ਅਸਤੀਫਾ ਹੋਰ ਵੀ ਹੋਇਆ ਹਰਸਿਮਰਤ ਕੌਰ ਬਾਦਲ ਦਾ, ਉਸ ਅਸਤੀਫੇ ਨੂੰ ਕਿਸ ਤਰ੍ਹਾਂ ਲੈਂਦੇ? ਦੇਖੋ, ਤੁਸੀਂ ਜਾਣਦੇ ਹੋ ਇਹ ਕੱਲ੍ਹ ਬਿੱਲ ਪਾਸ ਹੋਏ, ਮੈਂ ਕੱਲ੍ਹ ਹੀ ਅਸਤੀਫਾ ਦੇ ਦਿੱਤਾ। ਹਰਸਿਮਰਤ ਕੌਰ ਬਾਦਲ ਜਿਹੜੀ ਭੈਣ ਸਾਡੀ ਹੈ, ਉਹ ਜਿੱਦਣ ਆਰਡੀਨੈਂਸ ਕੈਬਨਿਟ ਦੇ ਵਿੱਚ ਰੱਖਿਆ ਗਿਆ, ਸਾਡੀ ਪੰਜਾਬ ਦੀ ਪ੍ਰਤੀਨਿਧਤਾ ਕਰ ਰਹੀ ਸੀ ਉੱਥੇ ਹਰਸਿਮਰਤ ਕੌਰ ਬਾਦਲ, ਔਰ ਉਹ ਪ੍ਰਤੀਨਿਧਤਾ ਕਰਦੀ ਹੋਈ ਉੱਥੇ ਚੁੱਪ ਕਰਕੇ ਬੈਠੀ ਰਹੀ, ਆਰਡੀਨੈਂਸ ਨੂੰ ਪਾਸ ਹੋਣ ਦਿੱਤਾ ਕੋਵਿਡ ਦੇ ਥੱਲੇ। ਔਰ ਉਸ ਤੋਂ ਬਾਅਦ ਜੇ ਉਹਦੀ ਉੱਥੇ ਉਹ ਗੱਲ ਨਹੀਂ ਸੁਣੀ ਸੀ ਤਾਂ ਉਹਨੇ ਬਾਹਰ ਨਿਕਲ ਕੇ ਰੌਲਾ ਕਿਉਂ ਨਹੀਂ ਪਾਇਆ ਕਿ ਪੰਜਾਬੀਓ ਆਪਾਂ ਲੁੱਟੇ ਗਏ, ਆਪਾਂ ਪੱਟੇ ਗਏ, ਆਪਣੇ ਪੱਲੇ ਕੱਖ ਨਹੀਂ ਰਿਹਾ, ਆਪਣੇ ਖਿਲਾਫ ਆ ਆਰਡੀਨੈਂਸ ਜਿਹੜਾ ਹੈਗਾ ਪੰਜਾਬ 'ਚ ਕਰਤਾ, ਔਰ ਇਹਦੇ ਉੱਤੇ ਮੈਂ ਅੱਜ ਅਸਤੀਫਾ ਦਿੰਨੀ ਹੈ। ਇਹ ਤਾਂ ਲੈ ਕੇ ਜੂਨ ਮਹੀਨੇ ਤੋਂ ਲੈ ਕੇ ਆਹ ਤੁਸੀਂ ਤੁਹਾਡੇ ਸੋਸ਼ਲ ਮੀਡੀਆ 'ਤੇ ਚੱਲ ਰਹੀ ਹੈ, ਤੁਸੀਂ ਉਹ ਪਾਈ ਹੋਈ ਹੈ। ਇੱਕ ਤਾਂ ਹੈਗੀ ਹੈ 25 ਜੂਨ ਦੀ ਵੀਡੀਓ ਸੁਖਬੀਰ ਸਿੰਘ ਬਾਦਲ ਦੀ, ਜਦੋਂ ਮੁੱਖ ਮੰਤਰੀ ਨਾਲ ਆਰਡੀਨੈਂਸ ਦੇ ਪੇਪਰ ਲੈ ਕੇ ਦੇਖ ਰਿਹਾ, ਕਹਿ ਰਿਹਾ ਕਿ ਅਸੀਂ ਇਹਨੂੰ ਪੜ੍ਹ ਲਿਆ, ਦੇਖ ਲਿਆ, ਇੱਕ ਵੀ ਚੀਜ਼ ਇਹਦੇ ਵਿੱਚ ਸਾਨੂੰ ਇਹੋ ਜਿਹੀ ਨਜ਼ਰ ਨਹੀਂ ਆਉਂਦੀ ਜਿਹੜੀ ਕਿ ਖਿਲਾਫ ਹੋਵੇ ਔਰ ਜਿਹਦੇ ਨਾਲ ਪੰਜਾਬ ਨੂੰ ਨੁਕਸਾਨ ਹੁੰਦਾ ਹੋਵੇ। ਔਰ ਫਿਰ ਉਹ ਕਦੀ ਤੋਮਰ ਦੀ ਚਿੱਠੀ ਜਾਰੀ ਕਰਦਾ, ਕਦੀ ਵੱਡੇ ਬਾਦਲ ਸਾਹਿਬ ਤੋਂ ਜਸਟੀਫਾਈ ਕਰਾਉਂਦੇ ਹੈ, ਔਰ ਅਚਨਚੇਤ 15 ਜੂਨ ਨੂੰ ਪਤਾ ਨਹੀਂ ਕੀ ਹੁੰਦਾ ਕਿ ਇਹ ਯੂ ਟਰਨ ਮਾਰ ਲੈਂਦੇ ਨੇ। ਔਰ ਉਸ ਤੋਂ ਇੱਕ ਦਿਨ ਪਹਿਲਾਂ ਇਹਨਾਂ ਦੇ ਬਹੁਤ ਵੱਡੇ ਵਰਗ ਨੇ, ਅਕਾਲੀ ਦਲ ਦੇ ਲੀਡਰਾਂ ਨੇ ਇਹਨਾਂ ਨੂੰ ਕਹਿ ਦਿੱਤਾ ਕਿ ਜੇ ਤੁਸੀਂ ਨਾ ਇਹ ਆਰਡੀਨੈਂਸ ਦੇ ਬਿੱਲ ਦੇ ਖਿਲਾਫ ਭੁਗਤੇ ਤਾਂ ਅਸੀਂ ਤੁਹਾਨੂੰ ਛੱਡ ਕੇ ਚਲੇ ਜਾਵਾਂਗੇ। ਔਰ ਉਸ ਤੋਂ ਪਹਿਲਾਂ ਪੰਜਾਬ ਦੇ ਕਿਸਾਨਾਂ ਨੇ ਜਾ ਕੇ ਲੰਬੀ ਇਹਨਾਂ ਦਾ ਘਰ ਘੇਰਿਆ ਹੋਇਆ, ਬਠਿੰਡੇ ਘੇਰੇ ਹੋਏ ਨੇ, ਔਰ ਕਹਿ ਦਿੱਤਾ ਕਿ ਤੁਹਾਨੂੰ ਤੇ ਤੁਹਾਡੇ ਲੀਡਰਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ, ਪੰਜਾਬ 'ਚ ਨਹੀਂ ਵੜਨ ਦੇਵਾਂਗੇ। ਇਸ ਪ੍ਰੈਸ਼ਰ ਦੇ ਥੱਲੇ ਇਹਨਾਂ ਨੂੰ ਇਹ ਕੰਮ ਕਰਨਾ ਪਿਆ। ਜੇ ਅਸਤੀਫਾ ਦੇਣਾ ਸੀ ਤਾਂ ਜਿੱਦਣ ਇਹ ਆਰਡੀਨੈਂਸ ਪਾਸ ਕੀਤਾ ਜਾਂ ਇਹਨਾਂ ਦੇ ਖਿਲਾਫ, ਇਹਨਾਂ ਦੀ ਮਰਜ਼ੀ ਦੇ ਖਿਲਾਫ, ਤੇ ਉਦੋਂ ਅਸਤੀਫਾ ਹੋ ਜਾਣਾ ਚਾਹੀਦਾ ਸੀ। ਤੁਸੀਂ ਅਸਤੀਫਾ ਦਿੱਤਾ ਕਾਂਗਰਸ ਤੋਂ, ਬਾਕੀ ਕਿਸੇ ਦਾ ਇਸ ਤਰ੍ਹਾਂ ਦਾ ਬਿਆਨ ਨਹੀਂ ਆਇਆ, ਕੋਈ ਅਸਤੀਫਾ ਨਹੀਂ ਆਇਆ ਕਿ ਅਸੀਂ ਵੀ ਤੁਹਾਡੇ ਨਾਲ ਖੜੇ ਹਾਂ? ਇਹਦਾ ਜਵਾਬ ਮੈਂ ਨਹੀਂ ਦੇ ਸਕਦਾ। ਤੇ ਬਾਕੀ ਇੱਕ ਹੋਰ ਸਵਾਲ ਮੇਰੇ ਨਾਲ ਜੁੜਿਆ, ਹੁਣ ਚਲੋ ਅਸਤੀਫਾ ਦੇਤਾ, ਸਭ ਹੋ ਗਿਆ, ਤਾਂ ਲੜਾਈ ਖਤਮ ਹੋ ਗਈ ਜਾਂ ਕਿੱਦਾਂ ਲੜੋਗੇ ਫਿਰ ਅੱਗੇ? ਲੜਾਈ ਤਾਂ ਜਦੋਂ ਵੀ ਕੋਈ ਗੱਲ ਹੁੰਦੀ ਹੈ, ਲੜਾਈ ਤਾਂ ਬਦਸਤੂਰ ਜਾਰੀ ਹੈ। ਲੜਾਈ ਤਾਂ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਪੰਜਾਬ ਦੇ ਕਿਸਾਨ ਦਾ ਹੱਕ ਉਹਨੂੰ ਦਵਾ ਨਹੀਂ ਦਿੰਦੇ। ਪਰ ਹੁਣ ਤਾਂ ਰਾਜ ਸਭਾ 'ਚ ਵੀ ਲਾਈਕਲੀ ਇਹਨਾਂ ਨੇ ਪਾਸ ਕਰਾ ਲੈਣਾ, ਫਿਰ ਅੱਗੇ ਕੀ ਹੋਏਗਾ? ਮੇਰੀ ਗੱਲ ਸੁਣੋ, ਇਹ ਸਟੇਟ ਸਬਜੈਕਟ ਹੈ। ਅਸੀਂ ਆਪਣੇ ਵਕੀਲਾਂ ਨਾਲ ਵੀ, ਅਸੀਂ ਮਾਹਰਾਂ ਨਾਲ ਵੀ, ਅਸੀਂ ਹਰ ਤਰੀਕੇ ਦੇ ਉਹਨਾਂ ਨਾਲ ਜੁੜੇ ਹੋਏ ਹਾਂ, ਔਰ ਗੱਲਬਾਤ ਚੱਲ ਰਹੀ ਹੈ। ਤੁਹਾਡੇ ਆਉਣ ਤੋਂ ਪਹਿਲਾਂ ਮੈਂ ਉਹਦੇ 'ਤੇ ਲੀਗਲ ਰਾਏ ਵੀ ਲੈ ਰਿਹਾ, ਸੁਪਰੀਮ ਕੋਰਟ ਦੇ ਲਾਇਰ ਆਏ ਹੋਏ ਸੀ, ਔਰ ਅਸੀਂ ਹਰ ਤਰੀਕੇ ਦੇ ਨਾਲ ਕਿਸਾਨਾਂ ਦੀ ਇਸ ਲੜਾਈ ਦੇ ਵਿੱਚ ਆਖਰੀ ਦਮ ਤੱਕ ਇਸ ਲੜਾਈ ਨੂੰ ਵੀ ਲੜਾਂਗੇ। ਔਰ ਨਾਲ ਦੀ ਨਾਲ ਮੈਂ ਤੁਹਾਨੂੰ ਦੱਸ ਦਿੰਦਾ ਆ, ਆਉਣਾ ਤਾਂ ਪੰਜਾਬ 'ਚ ਹੀ ਹੈ, ਹਰਿਆਣੇ 'ਚ ਹੀ ਹੈ ਨਾ, ਆਵੇ ਤਾਂ ਸਹੀ ਆ ਬਾਨੀ ਜਾਂ ਅਡਾਨੀ, ਫਿਰ ਦੇਖੋ ਕਿਵੇਂ ਸੜਕੋ ਸੜਕੀ ਭਜਾਉਂਦੇ, ਆਉਣ ਤਾਂ ਸਹੀ ਇੱਕ ਵਾਰੀ ਉੱਧਰ ਨੂੰ। ਆਖਿਰਕਾਰ ਤਾਂ ਲੋਕਾਂ ਦਾ ਪਿੰਡ, ਲੋਕਾਂ ਦੇ ਜ਼ਿਲ੍ਹੇ, ਲੋਕਾਂ ਦੇ ਸੂਬੇ ਤੇ ਸਰਕਾਰਾਂ ਲੋਕਾਂ ਦੀਆਂ ਨੇ। ਇੱਕ ਕਾਗਜ਼ਾਂ ਤੇ ਕੀਤੇ ਹੋਏ ਉਹਨਾਂ ਦੀਆਂ ਸਰਕਾਰਾਂ ਨਹੀਂ, ਫੈਸਲੇ ਤਾਂ ਬੜੇ ਹੋ ਚੁੱਕੇ ਨੇ। ਕਿੰਨੇ ਕੁ ਲਾਗੂ ਹੋ ਗਏ ਨੇ ਜਿਹੜੇ ਪੰਜਾਬ ਦੇ ਖਿਲਾਫ ਨੇ ਫੈਸਲੇ? SYL ਦਾ ਫੈਸਲਾ ਲਾਗੂ ਹੋਣ ਦਿੱਤਾ ਅਜੇ ਤੱਕ। ਸੋ ਇਸ ਕਰਕੇ ਫੈਸਲੇ ਲਾਗੂ ਕਰਨ ਵਾਸਤੇ ਇਹ ਜਿਹੜਾ ਫੈਡਰਲ ਢਾਂਚੇ ਨੂੰ ਇਹਨਾਂ ਨੇ ਨੁਕਸਾਨ ਪਹੁੰਚਾਇਆ ਆ, ਜੋ ਸੰਘੀ ਢਾਂਚੇ ਨੂੰ ਨੁਕਸਾਨ ਪਹੁੰਚਾ ਰਹੀ ਹੈ BJP ਦੀ ਤੇ ਅਕਾਲੀ ਗੌਰਮੈਂਟ ਸੈਂਟਰ ਦੀ, ਇਸ ਦੇ ਖਿਲਾਫ ਬਹੁਤ ਵੱਡਾ ਯੁੱਧ ਹੋਣ ਵਾਲਾ ਆ। ਔਰ ਜਿਹੜਾ ਇਹ ਗੱਲ ਕਰ ਰਹੇ ਆ ਕਿ ਕਿਸਾਨਾਂ ਨੂੰ ਕਾਂਗਰਸ ਭੜਕਾ ਰਹੀ ਹੈ, ਮੈਂ ਇੱਥੇ ਇਹਨਾਂ ਦੀ ਇਸ ਸਟੇਟਮੈਂਟ ਨੂੰ ਕੰਡੈਮ ਕਰਦਾ ਆ ਕਿ ਕਿਸਾਨਾਂ ਦਾ ਆਪਣਾ ਦਿਮਾਗ ਨਹੀਂ ਕੰਮ ਕਰਦਾ ਭਲਾ ਕਿ ਜਿਹੜਾ ਉਹਨਾਂ ਨੂੰ ਕੋਈ ਭੜਕਾ ਦੂਗਾ। ਕਿਸਾਨ ਤਾਂ ਸਰਕਾਰਾਂ ਨੂੰ ਰਸਤਾ ਦਿਖਾਉਂਦੇ ਨੇ, ਉਹ ਹਰੇਕ ਸਰਕਾਰ ਨੂੰ ਆ ਕੇ ਦੱਸਦੇ ਨੇ ਤੁਹਾਡੀ ਆਹ ਪਾਲਿਸੀ ਗਲਤ ਹੈ, ਆਹ ਠੀਕ ਹੈ, ਇੱਦਾਂ ਚੱਲੋ। ਅੱਜ ਇਹ ਕਹਿ ਰਹੀ ਹੈ ਵੀ ਕਾਂਗਰਸ ਕਿਸਾਨਾਂ ਨੂੰ ਭੜਕਾ ਰਹੀ ਹੈ, ਦਾ ਮਤਲਬ ਕਿਸਾਨਾਂ ਦੀ ਸੋਚ ਦੇ ਉੱਤੇ ਸਵਾਲੀਆ ਨਿਸ਼ਾਨ ਖੜਾ ਕਰ ਰਹੇ ਨੇ। ਇਹ ਫਿੱਟ ਲਾਣ ਤਾਂ ਇਹੋ ਜਿਹੀ ਸੋਚ ਨੂੰ ਜਿਹੜੇ ਇਹ ਕਹਿ ਰਹੇ ਨੇ। ਕਿਸਾਨ ਜਥੇਬੰਦੀਆਂ ਨੇ ਹਮੇਸ਼ਾ, ਚਾਹੇ ਸੂਬੇ ਦੀਆਂ ਸਰਕਾਰਾਂ ਨੇ ਚਾਹੇ ਕੇਂਦਰ ਦੀ ਸਰਕਾਰ ਹੈ, ਉਹਨਾਂ ਸਰਕਾਰਾਂ ਨੂੰ ਇੱਕ ਸੇਧ ਦਿੱਤੀ ਹੈ ਕਿ ਕਿਵੇਂ ਕਿਸਾਨੀ ਨੂੰ ਬਚਾਇਆ ਜਾ ਸਕਦਾ, ਕਿਵੇਂ ਕਿਸਾਨੀ ਦੀ ਰੱਖਿਆ ਕੀਤੀ ਜਾ ਸਕਦੀ ਹੈ, ਕਿਵੇਂ ਫੂਡ ਸਿਕਿਉਰਿਟੀ ਕੀਤੀ ਜਾ ਸਕਦੀ ਹੈ। ਸੋ ਇਹ ਮੈਂ ਸਮਝਦਾ ਹਾਂ ਕਿ ਇੱਕ ਬਹੁਤ ਮਾੜੀ ਸੋਚ ਹੈ, ਔਰ BJP ਜਿਹੜੀ ਸੋਚ 'ਤੇ ਚੱਲ ਰਹੀ ਹੈ,
ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਉਹ ਮਜ਼ਦੂਰ ਹੈ, ਚਾਹੇ ਦਲਿਤ ਹੈ, ਚਾਹੇ ਕਿਸਾਨ ਹੈ, ਉਹਦੇ ਰੋਸ ਨੂੰ ਇਹ ਸੰਭਾਲ ਨਹੀਂ ਪਾਉਣਗੇ। ਬਿਲਕੁਲ ਕੁਲਜੀਤ ਸਿੰਘ ਨਾਗਰਾ ਇਹਨਾਂ ਕਹਿਣਾ ਅਸਤੀਫਾ ਦਿੱਤਾ ਹੈ, ਆਹਤ ਹੋ ਕੇ ਦਿੱਤਾ ਹੈ, ਕਿਉਂਕਿ ਜਿਹੜਾ ਜੇ ਬਿੱਲ ਹੈ ਉਹਦੇ ਸਾਕਸ਼ੀ ਇਹ ਨਹੀਂ ਬਣਨਾ ਚਾਹੁੰਦੇ ਸੀਗੇ, ਇਹ ਕਿਸਾਨ ਵਿਰੋਧੀ ਹੈ। ਹੁਣ ਅਗਲਾ ਸਟੈਪ ਵੀ ਡਿਸਾਈਡ ਕਰ ਰਹੇ ਨੇ, ਸੁਪਰੀਮ ਕੋਰਟ ਦੇ ਵਕੀਲਾਂ ਨਾਲ ਮੁਲਾਕਾਤ ਕਰ ਰਹੇ ਨੇ, ਦੇਖਦੇ ਨੇ ਅੱਗੇ ਲੀਗਲੀ ਇਹਦੇ 'ਚ ਕੀ ਕੁਝ ਹੁੰਦਾ ਹੈ। ਦਿੱਲੀ ਤੋਂ ਕੈਮਰਾਮੈਨ ਲਕਸ਼ਣਾ ਨਿਤਿਨਵਾਨ, ਦੈਨਿਕ ਸਵੇਰਾ ਟੀਵੀ। ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद, पंडित, मौलवी, बेगम, तांत्रिक, इन चोरा ठग्गां तो सावधान। स्पेशलिस्ट वशीकरण, सट्टा नंबर, लव मैरिज, पति पत्नी च अनबन, विदेश च पक्का होना, कारोबार दा ना चलना, सिर्फ 31 घंटियां विच समाधान। फ्री 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 मियां रफीक मोहम्मद। मोबाइल 84 374 94 647 84 374 94 648। देश दुनिया की हर वड्डी खबर दे लई हुणे डाउनलोड करो नंबर 1 न्यूज़ ऐप दैनिक सवेरा टाइम्स।